ਪ੍ਰਸ਼ਾਦ ਕਹਾਣੀ ਅਸ਼ੋਕ ਵਸ਼ਿਸ਼ਟ। ਰਮਨ, ਪਿਤਾ ਜੀ ਸ਼ੁਰੂ ਤੋਂ ਹੀ ਇੱਦਾਂ ਦੇ ਹਨ? ਰਮਨ ਦੇ ਇਸ ਪ੍ਰਸ਼ਨ ਨੇ ਰਮਨ ਨੂੰ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ। ਉਹ ਕੁਝ ਦੇਰ ਲਈ ਸੋਚਦਾ ਰਿਹਾ। ਦੱਸੋ ਨਾ ਕੁਝ, ਉਹ ਸ਼ੁਰੂ ਤੋਂ ਹੀ ਇੱਦਾਂ ਦੇ ਹਨ? ਰਮਨ ਨੇ ਉਹਨੂੰ ਸੋਚੀ ਪਿਆ ਦੇਖ ਫਿਰ ਪੁੱਛਿਆ। ਮੈਂ ਬਹੁਤਾ ਤਾਂ ਨਹੀਂ ਜਾਣਦਾ, ਪਰ ਮਾਂ ਦੱਸਦੀ ਹੁੰਦੀ ਸੀ ਕਿ ਉਹਨਾਂ ਦਾ ਬਚਪਨ ਚੰਗਾ ਨਹੀਂ ਸੀ ਬੀਤਿਆ। ਸਾਡੀ ਦਾਦੀ, ਉਹਨਾਂ ਦੀ ਮਤਰੇਈ ਮਾਂ ਸੀ, ਉਹ ਹਰ ਸਮੇਂ ਇਹਨਾਂ ਨੂੰ ਤੰਗ ਤੇ ਪਰੇਸ਼ਾਨ ਕਰਦੀ ਰਹਿੰਦੀ ਸੀ। ਸੋਚੀ ਪਏ ਰਮਨ ਨੇ ਦੱਸਿਆ। ਬਈ ਮਤਰੇਈ ਜੋ ਸੀ, ਉਹਨੂੰ ਆਪਣੇ ਬੱਚੇ ਚੰਗੇ ਲੱਗਦੇ ਹੋਣਗੇ। ਰਮਨ ਨੇ ਵਿਚਾਰ ਪ੍ਰਗਟਾਇਆ। ਉਹਦੇ ਬੱਚਾ ਨਹੀਂ ਹੋਇਆ। ਪਿਤਾ ਜੀ ਘਰ ਵਿੱਚ ਇੱਕੋ ਇੱਕ ਬੱਚੇ ਸਨ। ਰਮਨ ਨੇ ਦੱਸਿਆ। ਫੇਰ ਤਾਂ ਉਹਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਆਪੋ ਆਪਣੀ ਸਮਝ ਹੁੰਦੀ ਏ। ਇੱਕ ਮਿੰਟ, ਰਮਨ ਨੇ ਕੁਝ ਸੋਚਦਿਆਂ ਕਿਹਾ। ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਾਡੀ ਇੱਕ ਤਾਈ ਹੁੰਦੀ ਸੀ, ਚੰਗੀ ਸਿਆਣੀ ਉਮਰ ਦੀ, ਪਿਤਾ ਜੀ ਤੋਂ ਕਾਫੀ ਵੱਡੀ ਸੀ। ਉਹ ਪਿਤਾ ਜੀ ਦੇ ਬਚਪਨ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ। ਕਹਾਣੀ ਦਿਲਚਸਪ ਵੀ ਸੀ ਤੇ ਦੁਖਦਾਈ ਵੀ। ਕੀ ਸੀ ਉਹ ਕਹਾਣੀ? ਮੈਨੂੰ ਨਹੀਂ ਸੁਣਾਓਗੇ? ਕਿਉਂ ਨਹੀਂ, ਲਓ ਸੁਣੋ। ਸਾਡੇ ਗੁਆਂਢ ਵਿੱਚ ਇੱਕ ਸਿੰਧੀ ਪਰਿਵਾਰ ਰਹਿੰਦਾ ਸੀ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਤੀ ਦਿਨ ਭਰ ਆਪਣੇ ਕੰਮ ਵਿੱਚ ਰੁੱਝਾ ਰਹਿੰਦਾ, ਭਾਵੇਂ ਉਹ ਰਾਤ ਨੂੰ ਥੱਕਾ ਟੁੱਟਾ ਘਰ ਆਉਂਦਾ, ਪਰ ਜਿੰਨੇ ਪਲ ਜਿੰਨੀਆਂ ਘੜੀਆਂ ਉਹ ਉਸ ਪਾਸ ਰਹਿੰਦਾ, ਉਸਨੂੰ ਰੱਜਵਾਂ ਪਿਆਰ ਕਰਦਾ। ਦੋਵੇਂ ਇੱਕ ਦੂਜੇ ਨੂੰ ਚਿੰਬੜ ਜਾਂਦੇ। ਪਿਆਰ ਵਿੱਚ ਖੀਵੀ ਪਤਨੀ ਦਾ ਹੱਥ ਪਤੀ ਦੀ ਚੌੜੀ ਛਾਤੀ ਤੇ ਫਿਰਦਾ ਤਾਂ ਉਸਦੀ ਮਸਤੀ ਸਾਰੀਆਂ ਹੱਦਾਂ ਤੋੜ ਦਿੰਦੀ। ਉਹ ਉਸਨੂੰ ਘੁੱਟ ਲੈਂਦਾ। ਇਸ ਤਰ੍ਹਾਂ ਦੋਵੇਂ ਜਿੰਦਾ ਹਸੀਨ ਖ਼ਵਾਬਾਂ ਦੀ ਦੁਨੀਆ ਵਿੱਚ ਗੁਆਚ ਜਾਂਦੀਆਂ। ਰਾਤ ਦੀ ਰੰਗੀਨੀ ਜਾਣੋ ਪਲਾਂ ਛਿਣਾਂ ਵਿੱਚ ਮੁੱਕ ਜਾਂਦੀ। ਇਹ ਤਾਂ ਪਤੀ ਪਤਨੀ ਦੇ ਨਿੱਘੇ ਸੰਬੰਧਾਂ ਦੀ ਗੱਲ ਹੈ, ਇਸ ਵਿੱਚ ਪਿਤਾ ਜੀ ਕਿੱਥੋਂ ਆ ਗਏ? ਰਮਨ ਨੇ ਵਿੱਚੋਂ ਟੋਕਿਆ। ਦੱਸਦਾ ਹਾਂ, ਥੋੜ੍ਹਾ ਸਬਰ ਕਰੋ। ਚੰਗਾ, ਕਰ ਲੈਂਦੇ ਹਾਂ ਥੋੜ੍ਹਾ ਸਬਰ। ਹੁਣ ਕਰੋ ਅੱਗੇ ਦੀ ਗੱਲ। ਦਿਨ ਦੀ ਇਕੱਲਤਾ ਅਤੇ ਅਕੇਵੇਂ ਦਾ ਲੰਮਾ ਪੈਂਡਾ ਪਤਨੀ ਨੂੰ ਝੰਬ ਕੇ ਰੱਖ ਦਿੰਦਾ। ਇਹ ਸਭ ਤੁਸੀਂ ਕਿਵੇਂ ਜਾਣਦੇ ਹੋ? ਰਮਨ ਨੇ ਚੁਟਕੀ ਲਈ। ਮੈਂ ਕਿਹਾ ਨਾ ਜੀ, ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਾਡੀ ਇੱਕ ਤਾਈ ਨੇ ਇਹ ਸਾਰੀਆਂ ਗੱਲਾਂ ਦੱਸੀਆਂ ਸਨ। ਮੈਂ ਕਿਹੜਾ ਉਸ ਸਮੇਂ ਪੈਦਾ ਹੋਇਆ ਸੀ। ਮੈਂ ਤਾਂ ਮਜ਼ਾਕ ਕਰਦੀ ਸੀ, ਤੁਹਾਨੂੰ ਸਫਾਈ ਦੇਣ ਦੀ ਲੋੜ ਨਹੀਂ। ਹਾਂ, ਫਿਰ ਕੀ ਹੋਇਆ? ਸੁਆਣੀ ਲਈ ਦਿਨ ਕੱਟਣਾ ਮੁਸ਼ਕਿਲ ਹੋ ਜਾਂਦਾ। ਉਹਨੂੰ ਘਰ ਵਿੱਚ ਬੱਚੇ ਦੀ ਘਾਟ ਮਹਿਸੂਸ ਹੁੰਦੀ ਤਾਂ ਉਹ ਝੁੰਝਲਾ ਜਿਹੀ ਜਾਂਦੀ। ਉਹ ਇਹੋ ਜਿਹੀ ਮਾਨਸਿਕ ਹਾਲਤ ਵਿੱਚੋਂ ਗੁਜ਼ਰ ਰਹੀ ਸੀ। ਇੱਕ ਦਿਨ ਉਹਦੀ ਨਜ਼ਰ ਗੁਆਂਢ ਵਿੱਚ ਰਹਿੰਦੇ ਇੱਕ ਨਿੱਕੇ ਜਿਹੇ ਬਾਲਕ 'ਤੇ ਪਈ ਤੇ ਉਹ ਚਹਿਕ ਉੱਠੀ। ਪਤਾ ਨਹੀਂ ਕਿਉਂ। ਦਿਲਾਂ ਦੀਆਂ ਰਮਜ਼ਾਂ ਹੁੰਦੀਆਂ ਨੇ, ਇਸ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਤੂੰ ਠੀਕ ਕਹਿੰਦੀ ਏ ਰਮਾ। ਸੁਆਣੀ ਬਾਲਕ ਨੂੰ ਦੇਖਦੀ ਰਹਿ ਗਈ। ਉਸ ਬਾਲਕ ਨੂੰ ਆਪਣੇ ਕੋਲ ਸੱਦਿਆ, ਪਿਆਰ ਨਾਲ ਉਸਦਾ ਨਾਮ ਪੁੱਛਿਆ। ਇਹ ਉਸਦੀ ਪਹਿਲੀ ਮੁਲਾਕਾਤ ਸੀ। ਬਾਲਕ ਵੀ ਉਹਦੇ ਪਿਆਰ ਵਿੱਚ ਕੀਲਿਆ ਗਿਆ। ਉਹ ਮਾਂ ਬਣਨ ਲਈ ਤਰਸਦੀ ਹੋਵੇਗੀ। ਰਮਨ ਨੇ ਸਿੰਧਨ ਦੇ ਦਿਲ ਵਿੱਚ ਉੱਠ ਰਹੇ ਵਲਵਲਿਆਂ ਦੀ ਇੱਕ ਕੰਨੀ ਖੋਲ੍ਹਦਿਆਂ ਕਿਹਾ। ਇੱਕ ਵਾਰ ਉਸ ਤਾਈ ਨੂੰ ਵੀ ਕਿਹਾ ਸੀ, ਜੇ ਉਹਦੇ ਘਰ ਇਹਨਾਂ ਤੋਂ ਪੁੱਤਰ ਜਨਮ ਲੈਂਦਾ ਤਾਂ ਉਹ ਇੰਨ ਬਿੰਨ ਇਹੋ ਜਿਹਾ ਹੋਣਾ ਸੀ। ਹੱਲਾ। ਬਾਲਕ ਨੂੰ ਦੇਖਦਿਆਂ ਸਾਰ ਸੁਆਣੀ ਖਿੜ ਜਾਂਦੀ। ਉਸਦੀ ਉਦਾਸੀ ਪਰ ਲਾ ਕੇ ਪਤਾ ਨਹੀਂ ਕਿੱਧਰੇ ਉੱਡ ਪੁੱਡ ਜਾਂਦੀ। ਉਹ ਉਸਨੂੰ ਆਪਣੇ ਘਰ ਲੈ ਜਾਂਦੀ। ਕਿੰਨੀ ਕਿੰਨੀ ਦੇਰ ਉਹਦੇ ਨਾਲ ਗੱਲਾਂ ਕਰਦੀ, ਵਿੱਚ ਵਿਚਾਲੇ ਘਰ ਦੇ ਕੰਮ ਵੀ ਕਰੀ ਜਾਂਦੀ। ਬਾਲਕ ਵੀ ਲੱਗਦੀ ਵਾ ਉਸਦੀ ਮਦਦ ਕਰਦਾ। ਸੁਆਣੀ ਉਸਨੂੰ ਬਹੁਤ ਪਿਆਰ ਕਰਦੀ ਸੀ। ਉਹ ਹਰ ਰੋਜ਼ ਕੁਝ ਨਾ ਕੁਝ ਬਣਾ ਕੇ ਉਸਨੂੰ ਖਵਾਉਂਦੀ। ਉਹ ਜਿੰਨੀ ਦੇਰ ਵੀ ਉਸ ਪਾਸ ਰਹਿੰਦਾ, ਆਪਣਾ ਦੁੱਖ ਆਪਣਾ ਦਰਦ ਭੁਲਾ ਛੱਡਦਾ, ਭਾਵੇਂ ਕੁਝ ਦੇਰ ਲਈ ਹੀ ਸਹੀ। ਸੁਆਣੀ ਨੇ ਲੜਕੇ ਦੇ ਮਨੋਂ ਮਾਂ ਦੀ ਘਾਟ ਕਾਰਨ ਉਪਜੇ ਦੁੱਖ ਨੂੰ ਘਟਾ ਦਿੱਤਾ। ਮਤਰੇਈ ਮਾਂ ਤੋਂ ਉਸਦੀ ਇਹ ਖੁਸ਼ੀ ਦੇਖੀ ਨਹੀਂ ਗਈ। ਉਹ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗੀ ਤਾਂ ਸਿੰਧੀ ਜੋੜਾ ਤੰਗ ਆ ਕੇ ਉੱਥੋਂ ਚਲਿਆ ਗਿਆ। ਲੜਕੇ ਲਈ ਇਹ ਇੱਕ ਬਹੁਤ ਵੱਡਾ ਸਦਮਾ ਸੀ। ਉਹ ਨਿਰਾਸ਼ ਜਿਹਾ ਹੋ ਗਿਆ। ਨਾ ਕਿਸੇ ਨਾਲ ਹੱਸਦਾ, ਨਾ ਕਿਸੇ ਨਾਲ ਬੋਲਦਾ, ਬਸ ਆਪਣੇ ਵਿੱਚ ਹੀ ਮਗਨ। ਮਤਰੇਈ ਮਾਂ ਘਰ ਦਾ ਕੰਮ ਤਾਂ ਦਬਕੇ ਮਾਰ-ਮਾਰ ਕਰਾਉਂਦੀ ਰਹੀ, ਪਰ ਰੋਟੀ ਪਾਣੀ ਦੇਣ ਵੇਲੇ ਉਸਨੂੰ ਜਾਣੋ ਸੱਪ ਸੁੰਘ ਜਾਂਦਾ। ਜੇ ਕਿਸੇ ਭੁੱਖੇ ਨੂੰ ਪੁੱਛੋ ਕਿ ਚੰਨ ਕਿਹੋ ਜਿਹਾ ਏ ਤਾਂ ਉਸਦਾ ਸੁਭਾਵਕ ਉੱਤਰ ਹੋਵੇਗਾ, ਰੋਟੀ ਜਿਹਾ। ਪਿਤਾ ਜੀ ਦੀ ਹਾਲਤ ਵੀ ਇਹੋ ਜਿਹੀ ਸੀ। ਹੋਰ ਕੁਝ ਕਹਿਣ ਦੀ ਲੋੜ ਨਹੀਂ। ਮੈਨੂੰ ਅਸਲ ਗੱਲ ਦੀ ਸਮਝ ਆ ਗਈ ਏ। ਇਹ ਸਿਲਸਿਲਾ ਕਦ ਤੱਕ ਚੱਲਦਾ ਰਿਹਾ? ਰਮਾ ਨੇ ਉਸਨੂੰ ਵਿੱਚੋਂ ਟੋਕਦਿਆਂ ਸਵਾਲ ਕੀਤਾ। ਜਦ ਤੱਕ ਉਹਨਾਂ ਦਾ ਵਿਆਹ ਨਹੀਂ ਹੋਇਆ। ਵਿਆਹ ਮਗਰੋਂ ਸਾਡੀ ਮਾਂ ਨੇ ਉਹਨਾਂ ਨਾਲ ਇਹੋ ਜਿਹੀ ਕੁੱਤੇਖਾਣੀ ਨਹੀਂ ਹੋਣ ਦਿੱਤੀ। ਸ਼ਾਬਾਸ਼, ਰਮਾ ਨੇ ਖੁਸ਼ ਹੁੰਦਿਆਂ ਹੁੰਗਾਰਾ ਭਰਿਆ।
ਮਾਂ ਦੱਸਦੀ ਹੁੰਦੀ ਸੀ ਵਿਆਹ ਦੇ ਦੂਜੇ ਤੀਜੇ ਦਿਨ ਉਸਦੀ ਸੱਸ ਨੇ ਕਿਸੇ ਗੱਲੋਂ ਰਿਸ਼ਤੇਦਾਰਾਂ ਸਾਹਮਣੇ ਪਿਤਾ ਜੀ ਦੀ ਲਾਹ ਪਾ ਕਰ ਦਿੱਤੀ। ਇਹ ਵਿਚਾਰੇ ਚੁੱਪਚਾਪ ਸੁਣਦੇ ਰਹੇ, ਡਰਦੇ ਮਾਰੇ ਕੁਝ ਨਾ ਬੋਲੇ। ਮਾਂ ਨੂੰ ਬਹੁਤ ਬੁਰਾ ਲੱਗਾ। ਉਸ ਦਿਨ ਤਾਂ ਉਸ ਚੁੱਪ ਵੱਟੀ ਰੱਖੀ, ਪਰ ਕੁਝ ਦਿਨ ਮਗਰੋਂ ਜਦ ਸੱਸ ਇੱਕ ਨਿੱਕੀ ਜਿਹੀ ਗੱਲ ਤੇ ਉਲਟਾ ਸਿੱਧਾ ਬੋਲਣ ਲੱਗੀ ਤਾਂ ਉਸ ਤੋਂ ਰਿਹਾ ਨਾ ਗਿਆ। ਉਹ ਗੁੱਸੇ ਵਿੱਚ ਭਰੀ ਪੀਤੀ ਉੱਠੀ ਅਤੇ ਤੇਜ਼ੀ ਨਾਲ ਬਾਹਰ ਨਿਕਲ ਸੱਸ ਮੂਹਰੇ ਜਾ ਖੜੀ ਹੋਈ। ਉਸਦਾ ਲਾਲ ਚਿਹਰਾ ਦੇਖ ਕੇ ਸੱਸ ਘਬਰਾ ਗਈ। ਮਾਂ ਨੇ ਉਸਦੀ ਬਾਂਹ ਫੜ ਕੇ ਝਟਕੇ ਨਾਲ ਆਪਣੇ ਵੱਲ ਖਿੱਚਿਆ ਤੇ ਕੜਕ ਕੇ ਬੋਲੀ, ਗੱਲ ਸੁਣ ਬੁੱਢੀਏ, ਹੁਣ ਤੱਕ ਜੋ ਹੋਇਆ ਸੋ ਹੋਇਆ। ਜੇ ਅੱਗੇ ਤੋਂ ਤੈਂ ਇਹੋ ਜਿਹੀ ਬਦਤਮੀਜੀ ਕੀਤੀ ਤਾਂ ਇਹ ਜਿਹੜੀਆਂ ਤੇਰੀਆਂ 2 ਹੱਡੀਆਂ ਸਬੂਤੀਆਂ ਬਚੀਆਂ ਨੇ, ਇਹਨਾਂ ਨੂੰ ਤੋੜ ਕੇ ਤੇਰੇ ਹੱਥ ਫੜਾ ਦੇਵਾਂਗੀ। ਚੁੱਪ ਕਰਕੇ ਬੈਠ ਜਾ ਉੱਥੇ, ਖਬਰਦਾਰ ਜੇ ਕੁਸਕੀ। ਮਾਂ ਦੇ ਦਬਕੇ ਨਾਲ ਸੱਸ ਦੇ ਸਾਹ ਸੂਤੇ ਗਏ। ਉਹ ਕੁਝ ਨਾ ਬੋਲ ਸਕੀ। ਪਿਤਾ ਜੀ ਵੀ ਡੌਰ ਭੌਰ ਹੋਏ ਦੇਖਦੇ ਰਹੇ। ਇਹੋ ਜਿਹਾ ਕੌਤਕ ਦੇਖ ਉਹ ਅੰਦਰੋਂ ਭਾਵੇਂ ਖੁਸ਼ ਹੋਏ ਹੋਣਗੇ, ਪਰ ਮੂੰਹੋਂ ਉਹਨਾਂ ਕੁਝ ਜ਼ਾਹਰ ਨਾ ਹੋਣ ਦਿੱਤਾ। ਇਹ ਹੋਈ ਨਾ ਗੱਲ। ਮੇਰੀ ਸੱਸ ਬੱਬਰ ਸ਼ੇਰਨੀ ਸੀ, ਉਹਦੇ ਇੱਕ ਦਬਕੇ ਨੇ ਹੇਠਲੀ ਉੱਤੇ ਲਿਆ ਦਿੱਤੀ। ਰਮਾ ਖੁਸ਼ੀ ਵਿੱਚ ਉਛਲ ਪਈ। ਸਾਡੇ ਦਾਦਾ ਜੀ ਨਹੀਂ ਰਹੇ ਸਨ। ਉਹ ਆਕੜਦੀ ਵੀ ਤਾਂ ਕਿਹਦੇ ਸਿਰ ਤੇ ਆਕੜਦੀ। ਬਈ ਜੀ ਦਾ ਕਿੱਲਾ ਮਜ਼ਬੂਤ ਹੁੰਦਾ ਉਹੀ ਆਕੜ ਸਕਦਾ। ਵਿਚਾਰੇ ਪਿਤਾ ਜੀ ਦਾ ਤਾਂ ਕਿੱਲਾ ਹੀ ਨਹੀਂ ਸੀ, ਇਸ ਲਈ ਉਹ ਸਿਰ ਨਹੀਂ ਚੁੱਕ ਸਕੇ ਸਨ। ਹੁਣ ਆਈ ਸਮਝ ਵਿੱਚ। ਰਮਾ ਨੇ ਟਿੱਪਣੀ ਕਰਦਿਆਂ ਅੱਗੋਂ ਪੁੱਛਿਆ, ਫੇਰ ਕੀ ਹੋਇਆ? ਮਾਂ ਪਿਤਾ ਜੀ ਲਈ ਅਰਸ਼ੋਂ ਉਤਰੀ ਦੇਵੀ ਹੋ ਨਿਬੜੀ। ਉਹ ਇੱਕ ਚੰਗੀ ਪਤਨੀ ਹੀ ਨਹੀਂ ਸਗੋਂ ਉਹਨਾਂ ਦੀ ਸੁਹਿਰਦ ਦੋਸਤ ਵੀ ਸੀ। ਜਦ ਤੱਕ ਉਹ ਰਹੀ ਉਸ ਪਿਤਾ ਜੀ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਉਸਦੇ ਪਿਆਰ ਅਤੇ ਹਮਦਰਦੀ ਭਰੇ ਵਤੀਰੇ ਨਾਲ ਪਿਤਾ ਜੀ ਦੇ ਸੁਭਾਅ ਵਿੱਚ ਚੌਖੀ ਤਬਦੀਲੀ ਆ ਗਈ। ਉਹ ਕਈ ਵਾਰ ਖੁਦ ਕਹਿੰਦੇ ਸਨ, ਇਹੋ ਮੇਰੀ ਮਾਂ ਹੈ ਤੇ ਇਹੋ ਮੇਰਾ ਪਿਓ ਹੈ। ਮੈਨੂੰ ਜੋ ਕੁਝ ਉਹਨਾਂ ਦੋਹਾਂ ਤੋਂ ਨਹੀਂ ਮਿਲਿਆ ਉਹ ਇਸ ਤੋਂ ਮਿਲਿਆ ਹੈ। ਇਹ ਕਹਿੰਦਿਆਂ ਉਹਨਾਂ ਦਾ ਗੱਚ ਭਰ ਆਉਂਦਾ ਸੀ। ਇਹ ਪ੍ਰਸੰਗ ਆਉਣ ਤੇ ਰਮਨ ਭਾਵੁਕ ਹੋ ਗਿਆ। ਉਸਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿਣ ਲੱਗੇ। ਰਮਾ ਦੀਆਂ ਅੱਖਾਂ ਵੀ ਗਿੱਲੀਆਂ ਸਨ। ਉਹ ਉੱਠੀ, ਉਸ ਕੋਲ ਪਏ ਜੱਗ ਵਿੱਚੋਂ ਪਾਣੀ ਦਾ ਗਿਲਾਸ ਭਰਿਆ ਅਤੇ ਰਮਨ ਨੂੰ ਦਿੰਦਿਆਂ ਕਿਹਾ, ਬਸ ਸ਼ਾਂਤ ਹੋ ਜਾਓ ਹੁਣ। ਤੁਸੀਂ ਤਾਂ ਇਹ ਪ੍ਰਸੰਗ ਆਉਣ ਤੇ ਹੀ ਭਾਵੁਕ ਹੋ ਗਏ। ਧੰਨ ਏ ਉਹ ਆਦਮੀ ਜਿਸਨੇ ਇਹ ਸਭ ਕੁਝ ਆਪਣੇ ਪਿੰਡੇ ਤੇ ਹੰਢਾਇਆ। ਮਾਂ ਦੀ ਸੋਹਬਤ ਨਾਲ ਪਿਤਾ ਜੀ ਬਹੁਤ ਹੱਦ ਤੱਕ ਆਮ ਵਾਂਗ ਹੋ ਗਏ ਸਨ। ਭਾਵੇਂ ਬੋਲਦੇ ਘੱਟ ਸਨ, ਪਰ ਲੋੜ ਪੈਣ ਤੇ ਆਪਣੀ ਗੱਲ ਕਹਿ ਦਿੰਦੇ ਸਨ, ਠੋਕ ਵਜਾ ਕੇ। ਦੂਜੇ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ। ਇਹ ਸਾਡੀ ਮਾਂ ਦੀ ਹੀ ਦੇਣ ਸੀ। ਪਰ ਰਮਾ, ਕਈ ਜ਼ਖਮ ਅਜਿਹੇ ਹੁੰਦੇ ਹਨ ਜਿਹੜੇ ਲੱਖ ਯਤਨ ਕਰਨ ਤੇ ਵੀ ਨਹੀਂ ਭਰਦੇ। ਠੀਕ ਕਹਿੰਦੇ ਹੋ ਤੁਸੀਂ। ਰਮਾ ਨੇ ਹਾਮੀ ਭਰੀ। ਅਜੇ ਵੀ ਉਹਨਾਂ ਦੇ ਦਿਲ ਦੇ ਕਿਸੇ ਨੁਕਰੇ ਬੈਠਾ ਡਰ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਹੋਇਆ। ਕਈ ਵਾਰ ਉਹ ਨਿੱਕੀ ਜਿਹੀ ਗੱਲ ਤੇ ਤਰਬਕ ਜਾਂਦੇ ਨੇ, ਜਾਣੋ ਮਤਰੇਈ ਮਾਂ ਡੰਡਾ ਲੈ ਕੇ ਉਹਨਾਂ ਦੇ ਸਾਹਮਣੇ ਖਲੋਤੀ ਹੋਵੇ। ਉਹਨਾਂ ਨੂੰ ਮਾਂ ਦਾ ਸਾਥ ਲੰਬੇ ਸਮੇਂ ਤੱਕ ਨਸੀਬ ਨਹੀਂ ਹੋਇਆ। ਜੇ ਹੁੰਦਾ ਤਾਂ ਉਹਨਾਂ ਦੀ ਇਹ ਕਮਜ਼ੋਰੀ ਵੀ ਨਹੀਂ ਰਹਿਣੀ ਸੀ। ਕੋਈ ਗੱਲ ਨਹੀਂ, ਬਹੁਤਾ ਕੰਮ ਮੇਰੀ ਸਾਸੂ ਮਾਂ ਨੇ ਕਰ ਛੱਡਿਆ, ਬਾਕੀ ਰਹਿੰਦਾ ਅਸੀਂ ਕਰ ਲਵਾਂਗੇ। ਘਾਬਰਦੀ ਕਿਉਂ ਹੋ ਤੁਸੀਂ? ਰਮਾ ਨੇ ਤਸੱਲੀ ਦਿੰਦਿਆਂ ਕਿਹਾ। ਰਮਨ, ਪਿਤਾ ਜੀ ਦਾ ਫੋਨ ਹੈ। ਰਮਾ ਨੇ ਆਵਾਜ਼ ਦਿੱਤੀ। ਹੁਣੇ ਆਇਆ। ਉਹ ਦੂਜੇ ਕਮਰੇ ਵਿੱਚੋਂ ਦੌੜ ਕੇ ਆਇਆ। ਪਤਨੀ ਹੱਥੋਂ ਟੈਲੀਫੋਨ ਦਾ ਚੋਗਾ ਫੜ ਗੱਲ ਕਰਨ ਲੱਗਾ। ਮੈਂ ਕੱਲ੍ਹ ਆ ਰਿਹਾ, ਤੂੰ ਕਿਤੇ ਜਾਣਾ ਤਾਂ ਨਹੀਂ? ਪਿਤਾ ਜੀ ਪੁੱਛ ਰਹੇ ਸਨ। ਜੀ ਨਹੀਂ, ਮੈਂ ਘਰ ਹੀ ਹਾਂ। ਤੁਸੀਂ ਜਦੋਂ ਮਰਜ਼ੀ ਆ ਜਾਵੋ। ਠੀਕ ਹੈ ਫਿਰ। ਇੰਨਾ ਕਹਿ ਕੇ ਪਿਤਾ ਜੀ ਨੇ ਫੋਨ ਰੱਖ ਦਿੱਤਾ। ਹੋਰ ਕੁਝ ਕਹਿੰਦੇ ਸਨ? ਰਮਾ ਨੇ ਪੁੱਛਿਆ। ਉਹ ਮਤਲਬ ਦੀ ਗੱਲ ਹੀ ਕਰਦੇ ਹੁੰਦੇ ਆ, ਹੋਰ ਕੁਝ ਨਹੀਂ ਕਹਿੰਦੇ। ਰਮਨ ਨੇ ਤਿੱਖੇ ਸੁਰ ਵਿੱਚ ਜਵਾਬ ਦਿੱਤਾ। ਉਹ ਕਰਮ ਯੋਗੀ ਨੇ ਤੇ ਨਾਲੇ ਉਹਨਾਂ ਨੇ ਤੁਹਾਡੇ ਨਾਲ ਮਤਲਬ ਦੀ ਕਿਹੜੀ ਗੱਲ ਕਰਨੀ ਏ? ਰਮਨ ਦੀ ਗੱਲ ਦਾ ਜਵਾਬ ਦਿੰਦਿਆਂ ਰਮਾ ਦਾ ਸੁਰ ਵੀ ਤਿੱਖਾ ਹੋ ਗਿਆ ਸੀ। ਉਹ ਫਿਰ ਕਹਿਣ ਲੱਗੀ, ਉਹਨਾਂ ਪਰਿਵਾਰ ਲਈ ਆਪਣੇ ਸਾਰੇ ਫਰਜ਼ ਪੂਰੇ ਕੀਤੇ ਨੇ। ਇਸ ਵੱਲੋਂ ਸੁਰਖਰੂ ਹੋ ਕੇ ਹੁਣ ਉਹ ਜਿਹੋ ਜਿਹਾ ਜੀਵਨ ਬਿਤਾ ਰਹੇ ਹਨ ਜਿਸ ਦਾ ਸੁਪਨਾ ਉਹਨਾਂ ਕਦੀ ਵੇਖਿਆ ਹੋਵੇਗਾ। ਇੱਕ ਧੇਲੇ ਦੇ ਦੇਣਦਾਰ ਨਹੀਂ ਉਹ ਕਿਸੇ ਦੇ। ਉਹ ਕਿਸੇ ਤੋਂ ਕੁਝ ਲੈਂਦੇ ਨਹੀਂ, ਆਪਣੀ ਪੈਨਸ਼ਨ ਦੇ ਸਿਰ ਤੇ ਗੁਜ਼ਾਰਾ ਕਰਦੇ ਨੇ। ਕਈ ਵਾਰ ਲੋੜ ਪੈਣ ਤੇ ਸਾਡੀ ਸਹਾਇਤਾ ਵੀ ਕੀਤੀ ਹੈ ਉਹਨਾਂ, ਸਾਥੋਂ ਕਦੇ ਕੁਝ ਨਹੀਂ ਲਿਆ। ਫਿਰ ਗਿਲਾ ਕਿਸ ਗੱਲ ਦਾ ਏ? ਰਮਾ ਦੇ ਇਹਨਾਂ ਬੋਲਾਂ ਨੇ ਰਮਨ ਦੀ ਬੋਲਤੀ ਬੰਦ ਕਰ ਦਿੱਤੀ। ਉਸ ਦਾ ਭੁੜਕਣਾ ਬੰਦ ਹੋ ਗਿਆ। ਉਹ ਰਮਾ ਦੀ ਗੱਲ ਦਾ ਕੀ ਜਵਾਬ ਦੇਵੇ? ਉਸਨੂੰ ਸਮਝ ਨਹੀਂ ਆ ਰਿਹਾ ਸੀ। ਉਸਦੇ ਬੁੱਲ੍ਹ ਸੀਤੇ ਗਏ। ਉਹ ਕੁਝ ਦੇਰ ਚੁੱਪ ਰਿਹਾ। ਉਹਦੇ ਚਿਹਰੇ ਤੇ ਥੋੜ੍ਹੀ ਦੇਰ ਪਹਿਲਾਂ ਉਭਰੇ ਰੋਹ ਦਾ ਤੇਜ ਘਟਿਆ ਤਾਂ ਉਹ ਥੋੜ੍ਹਾ ਗੰਭੀਰ ਹੋਇਆ ਅਤੇ ਕਹਿਣ ਲੱਗਾ, ਗੱਲ ਤਾਂ ਤੇਰੀ ਠੀਕ ਹੈ। ਧੇਲੇ ਦੇ ਦੇਣਦਾਰ ਨਹੀਂ ਉਹ ਕਿਸੇ ਦੇ।
ਸਾਰੀ ਜ਼ਿੰਦਗੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੇ ਲੋਕ ਮਿਲਦੇ ਨੇ ਕਿਤੇ? ਰਮਾ ਨੇ ਉਸ ਦੀ ਪ੍ਰੋੜਤਾ ਕਰਦਿਆਂ ਕਿਹਾ। ਇਸ ਵਿੱਚ ਕੋਈ ਸ਼ੱਕ ਨਹੀਂ। ਰਮਨ, ਦੁਨੀਆਦਾਰੀ ਦੇ ਆਪਣੇ ਫਰਜ਼ਾਂ ਤੋਂ ਵਿਹਲੇ ਹੋ ਕੇ ਉਹ ਕਿਸੇ ਮੱਠ ਵਿੱਚ ਰਹਿਣ ਲਈ ਨਹੀਂ ਗਏ, ਕਿਸੇ ਮੰਦਰ ਵਿੱਚ ਵੀ ਨਹੀਂ ਗਏ। ਉਹ ਆਪਣਾ ਨਿੱਕਾ ਜਿਹਾ ਆਸ਼ੀਆਨਾ ਬਣਾ ਕੇ ਰਹਿ ਰਹੇ ਹਨ। ਸਾਰੀ ਉਮਰ ਉਹ ਕਿਰਤ ਕਰਦੇ ਰਹੇ ਹਨ। ਉਹ ਕਿਸੇ 'ਤੇ ਬੋਝ ਨਹੀਂ ਬਣੇ। ਦੇਖਿਆ ਜਾਏ ਤਾਂ ਉਹ ਇੱਕ ਤਰ੍ਹਾਂ ਨਾਲ ਮਿਸਾਲੀ ਜੀਵਨ ਬਤੀਤ ਕਰ ਰਹੇ ਹਨ। ਬਾਬਾ ਨਾਨਕ ਨੇ ਕਿਹਾ ਸੀ, ਘਾਲ ਖਾਏ ਕਿਛੁ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਿਤਾ ਜੀ ਨੇ ਗੁਰੂ ਮਹਾਰਾਜ ਦੇ ਇਹਨਾਂ ਬਚਨਾਂ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ। ਤੁਹਾਨੂੰ ਤਾਂ ਇਹੋ ਜਿਹੇ ਮਹਾਂਪੁਰਖ 'ਤੇ ਮਾਣ ਹੋਣਾ ਚਾਹੀਦਾ। ਰਮਾ ਨੇ ਸ਼ਰਧਾ ਭਾਵ ਨਾਲ ਕਿਹਾ। ਰਮਾ, ਹਰ ਚੀਜ਼ ਦੀ ਹੱਦ ਹੁੰਦੀ ਹੈ। ਉਹ ਇਕੱਲੇ ਰਹਿਣਾ ਚਾਹੁੰਦੇ ਨੇ, ਉਹਨਾਂ ਦੀ ਮਰਜ਼ੀ। ਉਹ ਕਦੇ ਕਦਾਈ ਆ ਜਾਂਦੇ ਨੇ, ਪਿਆਰ ਨਾਲ ਗੱਲ ਕਰਦੇ ਨੇ, ਥੋੜ੍ਹਾ ਸਮਾਂ ਬਿਤਾ ਕੇ ਚਲੇ ਜਾਂਦੇ ਨੇ, ਪਰ ਆਪਣੇ ਹੀ ਘਰ ਵਿੱਚ ਅਤੇ ਆਪਣੇ ਹੀ ਬੱਚਿਆਂ ਹੱਥੋਂ ਕੁਝ ਖਾਣਾ ਨਹੀਂ, ਕੁਝ ਪੀਣਾ ਨਹੀਂ। ਕੀ ਇਹ ਚੰਗੀ ਗੱਲ ਹੈ? ਰਮਨ ਨੇ ਗਿਲਾ ਕਰਦਿਆਂ ਕਿਹਾ। ਆਪੋ ਆਪਣਾ ਸੁਭਾਅ ਹੁੰਦਾ, ਉਹਨੂੰ ਸਹਿਜੇ ਕਿਤੇ ਨਹੀਂ ਬਦਲਿਆ ਜਾ ਸਕਦਾ। ਉਂਝ ਵੀ ਕਿਸੇ ਦੀ ਹਰ ਗੱਲ ਚੰਗੀ ਹੋਵੇ ਜਾਂ ਉਹ ਸਾਨੂੰ ਚੰਗੀ ਹੀ ਲੱਗੇ, ਇਹ ਜ਼ਰੂਰੀ ਵੀ ਤਾਂ ਨਹੀਂ। ਰਮਾ ਨੇ ਦਾਰਸ਼ਨਿਕ ਅੰਦਾਜ਼ ਵਿੱਚ ਕਿਹਾ। ਗੱਲ ਤਾਂ ਤੁਹਾਡੀ ਠੀਕ ਹੈ। ਉਹ ਹਰ ਵੇਲੇ ਆਪਣੇ ਵਿੱਚ ਮਸਤ ਰਹਿੰਦੇ ਨੇ, ਦੁੱਖ ਤਕਲੀਫ ਵਿੱਚ ਦੂਜਿਆਂ ਦੀ ਢਾਲ ਬਣ ਜਾਂਦੇ ਨੇ, ਪਰ ਖੁਸ਼ੀ ਦੇ ਮੌਕੇ ਕਈ ਵਾਰ ਲੱਭਿਆ ਨਹੀਂ ਲੱਭਦੇ। ਬੜਾ ਅਜੀਬ ਸੁਭਾਅ ਹੈ ਉਹਨਾਂ ਦਾ। ਦੋਵਾਂ ਨੂੰ ਗੱਲਾਂ ਕਰਦਿਆਂ ਸ਼ਾਮਾਂ ਪੈ ਗਈਆਂ। ਸੂਰਜ ਅਸਤ ਹੋਣ ਜਾ ਰਿਹਾ ਸੀ। ਰਮਾ ਨੇ ਘੜੀ ਦੇਖ ਕਿਹਾ, ਚੰਗਾ ਬਈ, ਸਮਾਂ ਬਹੁਤ ਹੋ ਗਿਆ। ਤੁਸੀਂ ਕਰੋ ਆਪਣਾ ਕੰਮ, ਮੈਂ ਚਾਹ ਲਿਆਉਂਦੀ ਹਾਂ। ਇੰਨਾ ਕਹਿ ਕੇ ਉਹ ਰਸੋਈ ਵਿੱਚ ਚਲੀ ਗਈ। ਤੁਸੀਂ ਪੁੱਛ ਤਾਂ ਲਓ, ਨਾ ਕਹਿਣਗੇ ਤਾਂ ਕੋਈ ਗੱਲ ਨਹੀਂ। ਘਾਬਰਦੇ ਕਿਉਂ ਹੋ? ਆਖਰ ਤੁਹਾਡੇ ਪਿਤਾ ਜੀ ਹਨ। ਰਮਾ ਨੇ ਜ਼ੋਰ ਦਿੰਦਿਆਂ ਕਿਹਾ। ਮੈਨੂੰ ਪੁੱਛਣ ਵਿੱਚ ਕੋਈ ਸੰਕੋਚ ਨਹੀਂ, ਪਰ ਮੈਂ ਜਾਣਦਾ ਉਹਨਾਂ ਮੇਰੀ ਗੱਲ ਨਹੀਂ ਮੰਨਣੀ। ਰਮਨ ਨੇ ਆਪਣੀ ਸਥਿਤੀ ਸਪਸ਼ਟ ਕੀਤੀ। ਇਹ ਗੱਲ ਤਾਂ ਹੁਣ ਜੱਗ ਜ਼ਾਹਿਰ ਹੋ ਗਈ ਹੈ। ਸਾਰੇ ਜਾਣਦੇ ਹਨ, ਪਿਤਾ ਜੀ ਜਦੋਂ ਦੇ ਵਿਰਕਤ ਹੋਏ ਹਨ, ਉਹ ਕਿਸੇ ਦੇ ਘਰ ਦਾ ਕੁਝ ਨਹੀਂ ਖਾਂਦੇ। ਰਮਾ ਨੇ ਕਿਹਾ। ਸੰਨਿਆਸ ਲੈਣ ਦਾ ਇਹ ਮਤਲਬ ਤਾਂ ਨਹੀਂ ਕਿ ਉਹ ਘਰ ਵਾਲਿਆਂ ਨਾਲ ਕੋਈ ਸੰਬੰਧ ਹੀ ਨਾ ਰੱਖਣ। ਰਮਨ ਦਾ ਕਹਿਣਾ ਸੀ। ਫੇਰ ਉਹੀ ਗੱਲ, ਮੁੜ ਕਿੜ ਖੋਤੀ ਬੋੜ ਥੱਲੇ। ਕਿਹੜੇ ਸੰਨਿਆਸ ਦੀ ਗੱਲ ਕਰਦੇ ਹੋ ਤੁਸੀਂ? ਉਹੀ ਜਿਹੜਾ ਪਿਤਾ ਜੀ ਨੇ ਲਿਆ। ਪਿਤਾ ਜੀ ਨੇ ਕੋਈ ਸੰਨਿਆਸ ਨਹੀਂ ਲਿਆ, ਇਹ ਗੱਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅਤੇ ਨਾ ਹੀ ਉਹ ਘਰ ਗ੍ਰਹਿਸਥੀ ਤੋਂ ਬੇਮੁਖ ਹੋਏ ਹਨ। ਉਹ ਆਪਣੇ ਢੰਗ ਨਾਲ ਰਹਿੰਦਾ ਜੀਵਨ ਬਤੀਤ ਕਰ ਰਹੇ ਹਨ, ਤਾਂ ਇਸ ਵਿੱਚ ਤੁਹਾਨੂੰ ਤਕਲੀਫ ਕੀ ਹੈ? ਤੁਸੀਂ ਚਾਹੁੰਦੇ ਹੋ ਕਿ ਉਹ ਘਰ ਖਾਲੀ ਬੈਠੇ ਰਹਿਣ, ਸੜਦੇ ਕੁੜਦੇ ਰਹਿਣ? ਰਮਨ ਨੇ ਥੋੜ੍ਹਾ ਤਲਖ ਹੁੰਦਿਆਂ ਕਿਹਾ। ਮੰਮੀ, ਮੰਮੀ, ਦਾਦਾ ਜੀ ਆਏ, ਦਾਦਾ ਜੀ ਆਏ ਆ। ਬਾਹਰੋਂ ਦੌੜ ਕੇ ਅੰਦਰ ਆਉਂਦਿਆਂ ਨਿੱਕੀ ਬਾਲੜੀ ਨੇ ਰਮਨ ਦੀਆਂ ਲੱਤਾਂ ਨਾਲ ਚੁੰਬੜਦਿਆਂ ਤੋਤਲੀ ਜ਼ੁਬਾਨ ਵਿੱਚ ਕਿਹਾ। ਅੱਛਾ, ਦਾਦਾ ਜੀ ਨੂੰ ਪ੍ਰਸ਼ਾਦ ਖਵਾਉਣਾ ਹੈ ਮੇਰੀ ਨਿੱਕੀ ਨੇ? ਰਮਾ ਨੇ ਉਸਨੂੰ ਕੰਧਾੜੇ ਚੁੱਕਦਿਆਂ ਪਿਆਰ ਦਿੱਤਾ। ਮੈਂ ਦਾਦਾ ਜੀ ਨੂੰ ਪੂਲੀਆਂ ਛੋਲੇ ਖਵਾਵਾਂਗੀ। ਕਿਉਂ ਨਹੀਂ, ਮੇਰੀ ਲਾਡਲੀ ਆਪਣੇ ਦਾਦਾ ਜੀ ਕੋਲ ਜਾਵੇਗੀ, ਉਹਨਾਂ ਨੂੰ ਪੂਰੀਆਂ ਛੋਲੇ ਤੇ ਕੜਾਹ ਖਿਲਾਏਗੀ। ਠੀਕ ਹੈ ਨਾ? ਰਮਾ ਨਿੱਕੀ ਨੂੰ ਗੋਦ ਵਿੱਚ ਲੈ ਰਸੋਈ ਵਿੱਚ ਗਈ। ਪੂਰੀਆਂ ਛੋਲੇ ਤੇ ਕੜਾਹ ਦੀ ਥਾਲੀ ਸਜਾ ਉਸ ਇੱਕ ਵਾਰ ਫਿਰ ਰਮਨ ਨੂੰ ਕਿਹਾ, ਨਿੱਕੀ ਨੂੰ ਉਹਦੇ ਦਾਦਾ ਜੀ ਪਾਸ ਲੈ ਜਾਓ। ਰਮਨ ਨੇ ਇੱਕ ਹੱਥ ਨਾਲ ਥਾਲੀ ਫੜੀ ਤੇ ਦੂਜੇ ਹੱਥ ਨਾਲ ਨਿੱਕੀ ਦੀ ਬਾਂਹ ਫੜ ਡਰਾਇੰਗ ਰੂਮ ਦਾ ਰੁੱਖ ਕੀਤਾ। ਦਾਦਾ ਜੀ ਸੋਫੇ 'ਤੇ ਬੈਠੇ ਸਨ, ਆਰਾਮ ਨਾਲ। ਅੰਦਰ ਪੁੱਜਦਿਆਂ ਹੀ ਨਿੱਕੀ ਆਪਣਾ ਹੱਥ ਛੁਡਾ, ਦਾਦਾ ਜੀ, ਮੇਲੇ ਦਾਦਾ ਜੀ, ਕਹਿੰਦੀ ਦੌੜ ਕੇ ਉਹਨਾਂ ਦੀਆਂ ਲੱਤਾਂ ਨਾਲ ਚਿੰਬੜ ਗਈ। ਉਹ ਬੱਲੇ ਮੇਰੀ ਪਿਆਰੀ ਜਿਹੀ ਸੋਹਣੀ ਬੱਚੀ, ਦਾਦਾ ਜੀ ਦੇ ਮੂੰਹੋਂ ਨਿਕਲਿਆ। ਉਹਨਾਂ ਨਿੱਕੀ ਦਾ ਸਿਰ ਪਲੋਸਿਆ, ਉਸਨੂੰ ਚੁੱਕਿਆ, ਗੋਦ ਵਿੱਚ ਬਹਾਇਆ, ਲਾਡ ਲਡਾਇਆ, ਅਤੇ ਨਿੱਕੀ ਵੀ ਕਿੰਨੀ ਦੇਰ ਉਹਨਾਂ ਨਾਲ ਚਿੰਬੜੀ ਰਹੀ। ਉਸ ਨਾਲ ਗੱਲਾਂ ਕਰਦਿਆਂ ਦਾਦਾ ਜੀ ਵੀ ਜਾਣੋ ਬੱਚੇ ਬਣ ਗਏ ਸਨ। ਉਹ ਨਿੱਕੀ ਦੀ ਪਿੱਠ 'ਤੇ ਪੋਲਾ ਜਿਹਾ ਹੱਥ ਫੇਰਦੇ ਰਹੇ, ਉਸਨੂੰ ਥਪਥਪਾਉਂਦੇ ਰਹੇ। ਦਾਦਾ ਜੀ ਦੀ ਗੋਦ ਵਿੱਚ ਬੈਠੀ ਨਿੱਕੀ ਜਦ ਆਪਣੇ ਨਿੱਕੇ ਨਿੱਕੇ ਤੇ ਕੂਲੇ ਕੂਲੇ ਹੱਥਾਂ ਦਾ ਸਪਰਸ਼ ਦਾਦਾ ਜੀ ਦੇ ਮੂੰਹ 'ਤੇ ਕਰਨ ਲੱਗੀ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਬੰਨਾ ਨਹੀਂ ਸੀ ਰਿਹਾ। ਉਹ ਗੁਆਚ ਜਿਹੇ ਗਏ ਸਨ। ਨਿੱਕੀ ਉਹਨਾਂ ਨਾਲ ਖੇਡਣ ਲੱਗੀ, ਉਹ ਉੱਚੀ ਉੱਚੀ ਹੱਸਣ ਲੱਗੀ। ਜਦ ਉਹ ਦਾਦਾ ਜੀ ਦੀ ਗੋਦ ਵਿੱਚ ਹੀ ਖਲੋ ਕੇ ਟੱਪਣ ਲੱਗੀ ਤਾਂ ਰਮਨ ਤੋਂ ਰਿਹਾ ਨਾ ਗਿਆ। ਉਸਦੇ ਮੂੰਹੋਂ ਨਿਕਲਿਆ, ਡਿੱਗ ਪਵੇਂਗੀ। ਇਹਦਾ ਸੁਰੱਖਿਆ ਕਵਚ ਇਹਦੇ ਨਾਲ ਹੈ, ਇਹਨੂੰ ਡਿੱਗਣ ਨਹੀਂ ਦਿੰਦਾ, ਤੂੰ ਫਿਕਰ ਨਾ ਕਰ। ਦਾਦਾ ਜੀ ਨੇ ਉਸਨੂੰ ਘੁੱਟ ਕੇ ਫੜਦਿਆਂ ਕਹਿ ਰਹੇ ਸਨ।
ਨਿੱਕੀ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਨਾਲ ਉਹਨਾਂ ਦੀ ਗਰਦਨ ਨੂੰ ਵੱਲ ਲਿਆ। ਦਾਦਾ ਜੀ ਮੈਂ ਨਹੀਂ ਬੋਲਣਾ ਤੁਹਾਡੇ ਨਾਲ। ਕਿਉਂ ਮੇਰੀ ਬੱਚੀ, ਤੂੰ ਕਿਉਂ ਨਹੀਂ ਬੋਲਣਾ ਆਪਣੇ ਦਾਦਾ ਜੀ ਨਾਲ? ਤੁਸੀਂ ਬਹੁਤ ਗੰਦੇ ਹੋ। ਉਹ ਕਿੱਦਾਂ? ਤੁਸੀਂ ਚੀਜ਼ੀ ਨਹੀਂ ਲੈ ਕੇ ਆਏ। ਤੇਰੀ ਚੀਜ਼ੀ ਤਾਂ ਮੈਂ ਲੈ ਕੇ ਆਇਆ। ਤੁਸੀਂ ਨਹੀਂ ਲੈ ਕੇ ਆਏ। ਨਾ ਮੈਂ ਲੈ ਕੇ ਆਇਆ ਤੇ ਆ ਲੈ ਆਪਣੀ ਚੀਜ਼ੀ। ਦਾਦਾ ਜੀ ਨੇ ਆਪਣੇ ਥੈਲੇ ਵਿੱਚੋਂ ਟਾਫੀਆਂ ਅਤੇ ਬਿਸਕੁਟਾਂ ਦੇ ਪੈਕਟਾਂ ਦਾ ਲਿਫਾਫਾ ਕੱਢਿਆ ਅਤੇ ਉਹਦੇ ਨਿੱਕੇ ਜਿਹੇ ਹੱਥਾਂ 'ਤੇ ਰੱਖਦਿਆਂ ਪੁੱਛਿਆ, ਮੇਰੀ ਬੱਚੀ ਨੇ ਹੋਰ ਕੀ ਲੈਣਾ ਹੈ? ਡੋਲ ਲੈਣੀ ਹੈ। ਰਾਣੀ ਬਿਟੀਆਂ ਨੂੰ ਉਹ ਵੀ ਲੈ ਕੇ ਦਿਆਂਗਾ। ਸੱਚੀ? ਹਾਂ ਸੱਚੀ। ਨਿੱਕੀ ਇਹ ਸੁਣ ਖੁਸ਼ੀ ਨਾਲ ਉਛਲਣ ਲੱਗੀ। ਹੁਣ ਤਾਂ ਮੈਂ ਨਹੀਂ ਗੰਦਾ। ਤੁਸੀਂ ਬਹੁਤ ਚੰਗੇ ਹੋ ਮੇਲੇ ਦਾਦਾ ਜੀ। ਇਹ ਕਹਿ ਨਿੱਕੀ ਇੱਕ ਵਾਰ ਫਿਰ ਦਾਦਾ ਜੀ ਨਾਲ ਚਿੰਬੜ ਗਈ। ਰਮਨ ਨੇ ਉਹਨਾਂ ਨੂੰ ਮੂਡ ਵਿੱਚ ਦੇਖ ਕੇ ਹੌਸਲਾ ਕੀਤਾ ਅਤੇ ਛੋਟਾ ਮੇਜ਼ ਉਹਨਾਂ ਦੇ ਅੱਗੇ ਸਰਕਾਉਂਦਿਆਂ ਹੌਲੀ ਜਿਹੇ ਕਿਹਾ, ਪਿਤਾ ਜੀ ਪ੍ਰਸ਼ਾਦ ਖਾ ਲਵੋ। ਦਾਦਾ ਜੀ ਨੇ ਉਸ ਵੱਲ ਤੱਕਿਆ। ਉਹ ਗੰਭੀਰ ਹੋ ਗਏ। ਤੈਨੂੰ ਚੰਗਾ ਭਲਾ ਪਤਾ ਮੈਂ ਕੁਝ ਨਹੀਂ ਖਾਂਦਾ। ਇਹਨੂੰ ਲੈ ਜਾ। ਫੇਰ ਵੀ ਹੱਥੋਂ ਪਲੇ ਮੈਂ ਖਵਾਉਣਾ ਹੈ ਆਪਣੇ ਦਾਦਾ ਜੀ ਨੂੰ। ਤੁਸੀਂ ਜਾਓ ਇੱਥੋਂ। ਦਾਦਾ ਜੀ ਦੀ ਗੋਦ ਵਿੱਚ ਖੇਡਦੀ ਨਿੱਕੀ ਥਾਲੀ ਦੇਖ ਉਸ ਉੱਤੇ ਝਪਟ ਪਈ। ਪਾਪਾ ਜਾਓ ਤੁਸੀਂ ਇੱਥੋਂ, ਜਾਓ, ਉਸ ਜ਼ੋਰ ਨਾਲ ਕਿਹਾ। ਦਾਦਾ ਜੀ ਨੇ ਮੋਹ ਭਿੰਨੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਅਤੇ ਉਹ ਇੱਕ ਵਾਰ ਫਿਰ ਨਿੱਕੀ ਬਾਲੜੀ ਨਾਲ ਖੇਡੇ ਪੈ ਗਏ। ਮੇਲੇ ਦਾਦਾ ਜੀ ਪੂਲੀ ਖਾਣਗੇ? ਨਿੱਕੀ ਉਹਨਾਂ ਨੂੰ ਹਲੂਣ ਰਹੀ ਸੀ। ਖਾਓ ਨਾ ਦਾਦਾ ਜੀ। ਨਿੱਕੀ ਦੇ ਇਹਨਾਂ ਬੋਲਾਂ ਨੇ ਚਮਤਕਾਰੀ ਅਸਰ ਦਿਖਾਇਆ। ਦਾਦਾ ਜੀ ਇਹ ਪ੍ਰਤਾਦ ਹੈ, ਮੰਮੀ ਨੇ ਦਿੱਤੇ। ਅੱਛਾ ਹਾਂ, ਪਰ ਮੈਂ ਤਾਂ ਨਹੀਂ ਖਾਣਾ। ਮੈਂ ਮਾਲਾਂਗੀ ਤੁਹਾਨੂੰ। ਸੱਚ? ਚਲੋ ਖਾਓ ਨਹੀਂ ਤਾਂ ਫੇਰ ਤਾਂ ਬਈ ਮੈਂ ਇਸ ਨਿੱਕੀ ਜਿਹੀ, ਛੋਟੀ ਜਿਹੀ ਅਤੇ ਪਿਆਰੀ ਜਿਹੀ ਦੇਵੀ ਹੱਥੋਂ ਇਹ ਪ੍ਰਸ਼ਾਦ ਜ਼ਰੂਰ ਗ੍ਰਹਿਣ ਕਰਾਂਗਾ। ਉਹਨਾਂ ਮੂੰਹ ਵਿੱਚ ਆ ਕੇ ਨਿੱਕੀ ਦਾ ਮੱਥਾ ਚੁੰਮਿਆ, ਉਹਦੇ ਹੱਥ ਵਿਚਲਾ ਕੌਰ ਆਪਣੇ ਮੂੰਹ ਕੋਲ ਲਿਆਂਦਾ ਅਤੇ ਉਹਨੂੰ ਗ੍ਰਹਿਣ ਕਰਦਿਆਂ ਉਹ ਰਮਤੇ ਜੋਗੀਆਂ ਵਾਂਗ ਮੌਜ ਵਿੱਚ ਆ ਗਏ। ਆਹਾ, ਆਨੰਦ ਆ ਗਿਆ ਬਈ, ਆਨੰਦ ਆ ਗਿਆ। ਇਸ ਬੱਚੀ ਦੇ ਰੂਪ ਵਿੱਚ ਦੇਵੀ ਅੰਨਪੂਰਨਾ ਦੇ ਸਾਕਸ਼ਾਤ ਦਰਸ਼ਨ ਕਰ ਰਿਹਾ। ਉਹਦੇ ਨਿੱਘ ਤੇ ਪਿਆਰ ਦਾ ਅਨੋਖਾ ਅਨੁਭਵ ਹੋ ਰਿਹਾ ਹੈ। ਛਾਲਾ ਖਾਣਾ ਹੈ? ਨਿੱਕੀ ਨੇ ਹੁਕਮ ਚਾੜਿਆ। ਜ਼ਰੂਰ ਮੇਰੀ ਬੱਚੀ। ਨਿੱਕੀ ਦੇ ਹੱਥੋਂ ਸਾਰਾ ਪ੍ਰਸ਼ਾਦ ਖਾ ਲੈਣ ਮਗਰੋਂ ਦਾਦਾ ਜੀ ਨੇ ਪੁੱਛਿਆ, ਹੋਰ ਹੁਕਮ? ਮੇਲੀ ਡੋਲ। ਉਹ ਹਾਂ, ਮੈਂ ਤਾਂ ਭੁੱਲ ਹੀ ਗਿਆ। ਕਿੱਦਾਂ ਦੀ ਡੋਲ ਲੈਣੀ ਹੈ ਮੇਰੀ ਬੱਚੀ ਨੇ? ਉਹੋ ਜਿਹੀ। ਸ਼ੋਕੇਸ ਵਿੱਚ ਪਈ ਨਵੀਂ ਡੋਲ ਵੱਲ ਉਂਗਲ ਕਰਦਿਆਂ ਨਿੱਕੀ ਨੇ ਕਿਹਾ। ਚੱਲ ਫਿਰ। ਦਾਦਾ ਜੀ ਉਹਨੂੰ ਚੁੱਕ ਬਾਹਰ ਨਿਕਲ ਗਏ ਡੋਲ ਲੈਣ ਲਈ।